ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀ ਭਰ ਰਹੇ ਸਤ ਸੰਗੀ ਜਨੋਂ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ। ਸਾਹਿਬ ਜੀ ਨੇ ਮਿਹਰ ਦੀ ਨਜ਼ਰ ਕੀਤੀ, ਸੰਧਿਆ ਦੇ ਦੀਵਾਨ ਸਜੇ ਹੋਏ ਦੀਵਾਨਾਂ ਅੰਦਰ ਸੋਦਰ ਰਹਿਰਾਸ ਸਾਹਿਬ ਜੀ ਕੇ ਜਾਪ ਉਪਰੰਤ रस पिन्नी अमृत पानी का कीर्तन, पर उस तो उपरंत जो शाम दे दीवाना अंदर कथा विचार की हाजरी, जो पिछले दिनों अंदर लड़ीवार भगत बाबा कबीर जी के सलोकों की विचार चलती है। वो विचार लड़ीवार वीर जी रिकॉर्ड करते हैं, जिन्होंने यूट्यूब के ऊपर भी अपने चैनल से अपलोड करते हैं। मन के अंदर से उस विचार को अगे लैकर चलांगे, पर रिकॉर्ड होने कारण वो लड़ी टुटेगी। इस करके सतगुरु की कृपा करन जिन्ने दिन हाजरी भरन का मौका मिलेगा, आपां लड़ीवार सुहला बाणी जो धन गुरु ग्रंथ साहिब महाराज जी के अंक नंबर 12 तो क्रम तक चलती है, जिस बाणी के अंदर धन गुरु नानक महाराज सच्चे पातशाह जी ने पहले 3 शब्द ने, और चौथा शब्द चौथे पातशाह सतगुरु गुरु रामदास महाराज जी का है, और 5वां शब्द 5वें पातशाह धन गुरु अर्जन पातशाह महाराज जी का है। ये 5 पावन सुहला बाणी के शब्दों के विचार लड़ीवार आरंभ कर रही है। और आरंभता के अंदर सतगुरु गुरु नानक महाराज जी का जो पावन पवित्र पहला शब्द, जिस अंदर सतगुरु जी ने मेहर की नजर बताई है, जिस पावन शब्द अंदर धन गुरु नानक महाराज जी ने एक विआह के अलंकार को लिया है। जिवें एक औरत का विआह के विआह
ਵਿਆਹ ਦੀਆਂ ਤਿਆਰੀਆਂ, ਵਿਆਹ ਦੇ ਉੱਪਰ ਕਿਵੇਂ ਗੀਤ ਗਾਏ ਜਾਂਦੇ ਨੇ, ਸੋਹਲੜੇ ਪੜ੍ਹੇ ਜਾਂਦੇ ਨੇ, ਸਿੱਠਣੀਆਂ ਪੜ੍ਹੀਆਂ ਜਾਂਦੀਆਂ ਨੇ, ਉਹ ਅਲੰਕਾਰ ਲੈਂਦੇ ਹਨ। ਜੀਵ ਆਤਮਾ ਇਹਦਾ ਕਿਵੇਂ ਮਿਲਾਪ ਜਿਹੜਾ ਹੈ ਉਹ ਪਰਮ ਆਤਮਾ ਦੇ ਨਾਲ, ਮਾਲਕ ਜੀ ਦੇ ਨਾਲ ਹੋਵੇ, ਉਹਦਾ ਜ਼ਿਕਰ ਸਤਿਗੁਰਾਂ ਜੀ ਨੇ ਕੀਤਾ। ਸੋਹਿਲਾ ਜਿਸ ਨੂੰ ਕਿ ਆਮ ਗੁਰਕਾ ਸਾਹਿਬ ਦੇ ਅੰਦਰ ਕੀਰਤਨ ਸੋਹਿਲੇ ਦੇ ਨਾਮ ਦੇ ਨਾਲ ਆਪਾਂ ਜਾਣਦੇ ਹਾਂ। ਅਸਲ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤਤਕਰੇ ਦੇ ਉੱਪਰ ਇਸ ਬਾਣੀ ਦਾ ਨਾਮ ਸੋਹਿਲਾ ਹੈ। ਸੋਹਿਲੇ ਤੋਂ ਭਾਵ ਖੁਸ਼ੀ ਦਾ ਗੀਤ, ਮੰਗਲ ਦਾ ਗੀਤ, ਜਿਹਦੇ ਅੰਦਰ ਆਨੰਦ ਦੀ, ਖੇੜੇ ਦੀ, ਰਹੱਸ ਦੀ ਗੱਲ ਹੈ। ਪਰ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜਪ ਬਾਣੀ ਤੋਂ ਪ੍ਰੰਤੂ ਸੋਦਾਰ ਸੋ ਪੁਰਖ ਬਾਣੀਆਂ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਦਰਜ ਕੀਤੀਆਂ, ਉਸ ਤੋਂ ਅੱਗੇ ਸਤਿਗੁਰਾਂ ਜੀ ਨੇ ਇਹ ਪਾਵਨ ਪੰਜ ਸ਼ਬਦ ਜਿਹਦੇ ਅੰਦਰ ਮਾਲਕ ਦੇ ਗੁਣਾਂ ਦੇ, ਉਹਦੇ ਸੋਹਿਲੇ ਗਾਉਣ ਦੀ ਗੱਲ ਹੈ, ਉਹਨਾਂ ਨੂੰ ਇਕੱਤਰ ਕਰ, ਕਲਮਬੱਧ ਕਰ ਇੱਕ ਬਾਣੀ ਦਿੱਤਾ ਹੈ। ਇਹ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ। ਬਾਣੀ ਦਾ ਨਾਮ ਸੋਹਿਲਾ। ਕੀਰਤਨ ਪਤਾ ਨਹੀਂ ਇਹਦੇ ਨਾਲ ਕਦੋਂ ਤੇ ਕਿਵੇਂ ਜੁੜ ਗਿਆ ਹੈ। ਕੁਝ ਦਾ ਪੱਖ ਹੈ ਕਿ ਕੀਰਤਨ ਦਾ ਅਰਥ ਬੇਸਿਕਲੀ ਕਿਰਤ, ਕੀਰਤੀ, ਔਰ ਉਹ ਮਾਲਕ ਦੀ ਕੀਰਤੀ, ਉਹਦੇ ਸਿਫਤ ਸਲਾਹ ਕਾਰਨ ਕੁਝ ਵਿਦਵਾਨ ਇਸ ਬਾਣੀ ਨੂੰ ਸੋਹਿਲੇ ਦੇ ਨਾਮ ਜਾਣਨ ਲੱਗ ਪਏ। ਪਰ ਕੁਝ ਦਾ ਜ਼ਿਕਰ ਇਹ ਹੈਗਾ ਕਿ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੁਖ ਆਸਣ ਦੀ ਸੇਵਾ ਹੋਇਆ ਕਰਦੀ ਹੈ ਪੁਰਾਤਨ ਸਮੇਂ ਅੰਦਰ, ਔਰ ਉਸ ਸਮੇਂ ਇਸ ਬਾਣੀ ਨੂੰ ਕੀਰਤਨ ਰੂਪ ਦੇ ਅੰਦਰ ਵੀ ਢੋਲਕੀ ਦੇ ਨਾਲ ਵੀ ਗਾਇਨ ਕੀਤਾ ਜਾਂਦਾ ਸੀ, ਜਿਸ ਕਰਕੇ ਸਹਿਜੇ ਸਹਿਜੇ ਸੋਹਿਲੇ ਨੂੰ ਗਾਉਣ ਕਰਕੇ ਇਹਦਾ ਨਾਮ ਕੀਰਤਨ ਸੋਹਿਲਾ ਪ੍ਰਚਲਿਤ ਹੋਇਆ। ਪਰ ਪਾਵਨ ਬਾਣੀ ਦੇ ਤਤਕਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਬਾਣੀ ਦਾ ਨਾਮ ਸੋਹਿਲਾ। ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇਹ ਰਾਗ ਗੌੜੀ ਦੇ ਅੰਦਰ ਔਰ ਗੌੜੀ ਦੀਪਕੀ, ਇਸ ਤਰ੍ਹਾਂ ਗੌੜੀ ਦੇ ਅੰਦਰ ਹੋਰ ਵੀ ਕਈ ਰਾਗਨੀਆਂ ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਕਈ ਮਿਸ਼ਰਤ ਰਾਗ ਨੇ। ਇੱਕ ਰਾਗ ਦੇ ਅੰਦਰ ਗੁਰੂ ਸਾਹਿਬ ਨੇ ਇੱਕ ਹੋਰ ਰਾਗਨੀ, ਇੱਕ ਹੋਰ ਰਾਗ ਨੂੰ ਮਿਸ਼ਰਤ ਕਰ ਉਹ ਦੋ ਰਾਗ ਬਣਾ ਉਹਦੇ ਅੰਦਰ ਵੀ ਸ਼ਬਦ ਗਾਉਣ ਦੇ ਸੰਕੇਤ ਦਿੱਤੇ। ਗੌੜੀ ਦੀਪਕੀ, ਗੌੜੀ ਚੇਤੀ, ਇਤ ਆਦਿ ਬਹੁਤ ਹੋਰ ਮਿਸ਼ਰਤ ਰਾਗ ਰਾਗਨੀਆਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਾਗਾਂ ਅੰਦਰ ਮਿਲਣਗੇ। ਅਰੰਭਤਾ ਦੇ ਅੰਦਰ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਮਿਹਰਮਤ ਵਰਤਾਈ। ਪਾਵਨ ਪਹਿਲਾ ਸ਼ਬਦ ਪਹਿਲੇ ਪ੍ਰਥਮ ਗੁਰੂ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ, ਜਿਸ ਦੀ ਅਰੰਭਤਾ ਦੇ ਅੰਦਰ ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਮਾਲਕ ਜਿਹੜਾ ਇੱਕ ਹੈ, ਸਦੀਵ ਹੈ, ਅਨਾਦਿ ਹੈ, ਆਪਣੇ ਆਪ ਤੋਂ ਹੈ, ਜਿਹਦੇ ਵਰਗਾ ਨਾ ਹੈ, ਨਾ ਹੋਵੇਗਾ, ਨਾ ਹੋ ਸਕਦਾ ਹੈ। ਜਿਹੜਾ ਸਤ ਹੈ ਤੇ ਗੁਰ ਪ੍ਰਸਾਦ, ਗੁਰੂ ਦੀ ਬਖਸ਼ਿਸ਼, ਗੁਰੂ ਦੇ ਦੁਆਰਾ, ਜਾਂ ਇਉਂ ਕਹਿ ਲਈਏ ਗੁਰੂ ਗੁਰੂ ਮਾਰਗ ਤੇ ਚੱਲਿਆ ਅਜਿਹੇ ਦੀਨ ਦਿਆਲ ਦਤਾਰ ਦੇ ਨਾਲ ਮਿਲਿਆ ਜਾ ਸਕਦਾ ਹੈ। ਪਾਵਨ ਸ਼ਬਦ ਦਾ ਰਹਾਉ ਵਾਲਾ ਬੰਦ ਹੈ। ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ, ਆਉ ਵਾਰੀ ਜਿਤ ਸੁਹਿਲਾ, ਸਦਾ ਸੁਖ ਹੋਏ ਰਹਾਉ। ਇਹ
ਪਾਵਨ ਬਾਣੀ ਦਾ ਜੋ ਰਹਾਉ ਵਾਲਾ ਬੰਦ ਹੈ। ਸਾਹਿਬ ਗੁਰੂ ਨਾਨਕ ਜੀ ਬਖਸ਼ਿਸ਼ ਕਰਦੇ, ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ। ਭਾਈ ਜਿਹੜਾ ਨਿਰਭਉ ਹੈ, ਤੁਮ ਗਾਵੋ ਗਾਉਣਾ ਕਰ ਸੋਹਿਲ ਦਾ, ਖੁਸ਼ੀ ਦਾ, ਆਨੰਦ ਦਾ ਗੀਤ, ਮਾਲਕ ਦੀ ਸਿਫਤ ਸਲਾਹ ਵਾਲੇ ਗੀਤ। ਪਰ ਕਹਿੰਦੇ ਗੀਤ ਗਾਉਣਾ ਕਿਸਦਾ ਹੈ? ਤੁਮ ਗਾਵੋ, ਗਾ ਸਹੀ, ਪਰ ਸਾਹਿਬ ਕਹਿੰਦੇ ਗਾਉਣਾ ਕਿਸਦਾ ਹੈ ਗੀਤ? ਮੇਰੇ ਨਿਰਭਉ ਸੋਹਿਲਾ ਕਹਿੰਦਾ ਮੇਰਾ ਮਾਲਕ ਨਿਰਭਉ ਹੈ, ਜਿਹੜਾ ਨਿਰਵੈਰ ਹੈ, ਜਿਹੜਾ ਵੈਰ ਤੋਂ ਰਹਿਤ ਹੈ, ਜਿਹੜਾ ਸਦੀਵ ਕਾਲ ਤੋਂ ਸੱਚ ਹੈ, ਔਰ ਜਿਹੜਾ ਸਭ ਕਰਨਹਾਰਾ ਹੈ, ਜਿਹਦੇ ਬਾਬਤ ਬਾਣੀ ਦੇ ਅੰਦਰ ਤੇ ਬੜੇ ਸਤਿਗੁਰਾਂ ਨੇ ਸ਼ਬਦ ਵਰਤੇ। ਪੰਜਵੇਂ ਨਾਨਕ ਧੰਨ ਪਾਤਸ਼ਾਹ ਨਿਹਰਮਤ ਵਰਤਾਉਂਦੇ, ਉਹਨਾਂ ਨੇ ਵੀ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਉਪਦੇਸ਼ ਨੂੰ ਕਾਇਨਾਤ ਦੇ ਸਾਹਮਣੇ ਰੱਖਦਿਆਂ ਹੋਇਆਂ ਬਖਸ਼ਿਸ਼ ਕੀਤੀ। ਪਾਵਨ ਸੁਖਮਨੀ ਸਾਹਿਬ ਬਾਣੀ ਦੇ ਅੰਦਰ ਕਹਿੰਦੇ, ਨਿਰਭਉ ਜਪੈ ਸਗਲ ਭਉ ਮਿਟੈ। ਨਿਰਭਉ ਨੂੰ ਭਉ ਤੋਂ ਭਾਵ ਤੇ ਨਿਰਭਉ ਭਾਵ ਜਿਸ ਨਿਰਭਉ, ਜਿਸ ਨੂੰ ਕਿਸੇ ਦਾ ਵੀ ਕੋਈ ਡਰ ਨਹੀਂ, ਜਿਹੜਾ ਭਉ ਤੋਂ ਰਹਿਤ ਹੈ, ਭੈ ਤੋਂ ਰਹਿਤ ਹੈ, ਡਰ ਤੋਂ ਰਹਿਤ ਹੈ। ਸਾਹਿਬ ਗੁਰੂ ਨਾਨਕ ਮਹਾਰਾਜ ਕਹਿੰਦੇ, ਅਜਿਹੇ ਮਾਲਕ ਦਾ ਸੋਹਿਲਾ, ਉਹਦੇ ਖੁਸ਼ੀ ਦੇ ਗੀਤ, ਉਹਦੀ ਸਿਫਤ ਕਰ। ਕਹਿੰਦੇ ਜੇ ਸੋਹਿਲਾ ਹੀ ਪੜ੍ਹਨਾ ਹੈ, ਜੇ ਸਿਫਤ ਹੀ ਕਰਨੀ ਹੈ, ਤੇ ਦੇਖੀ ਸਿਫਤ ਉਸ ਦੀ ਕਰੀ, ਜਿਹਦੀ ਸਿਫਤ ਕਰਨ ਦੇ ਨਾਲ ਤੇਰੀ ਵੀ ਵਡਿਆਈ ਹੋਵੇ। ਕਿਤੇ ਲੋਕਾਚਾਰ ਵਾਸਤੇ ਸਿਫਤ ਉਹਨਾਂ ਦੀ ਕਰਨ ਨਾ ਬੈਠ ਜਾਏ, ਜਿਨ੍ਹਾਂ ਦੀ ਸਿਫਤ ਕੀਤਿਆਂ ਵੀ ਬਦਨਾਮੀ ਮਿਲਦੀ ਹੈ। ਸਾਹਿਬ ਕਹਿੰਦੇ ਨਿਰਭਉ ਜਪੈ। ਧੰਨ ਗੁਰੂ ਨਾਨਕ ਮਹਾਰਾਜ ਜਿਸ ਨਿਰਭਉ ਕਾ ਸੋਹਿਲਾ ਗਾਉਣ ਦਾ ਉਪਦੇਸ਼ ਦਿੰਦੇ ਨੇ ਕਿ ਭਾਈ ਆਓ ਮਿਲ ਕੇ ਉਹ ਮਾਲਕ ਦੇ ਨਿਰਭਉ ਦਾ, ਉਹ ਦਤਾਰ ਜਿਹੜਾ ਭੈ ਰਹਿਤ ਹੈ, ਉਹਦੇ ਖੁਸ਼ੀ ਦੇ ਗੀਤ, ਉਹਦੀ ਸਿਫਤ ਸਲਾਹ ਦੇ ਗਾਓ। ਉਸ ਨਿਰਭਉ ਬਾਬਤ ਪੰਜਵੇਂ ਨਾਨਕ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ, ਕਹਿੰਦੇ ਨਿਰਭਉ ਜਪੈ ਸਗਲ ਭਉ ਮਿਟੈ। ਜਪਣ ਦੇ ਨਾਲ ਕੀ ਹੋਵੇਗਾ? ਤੇ ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਭਾਈ ਉਹਨੂੰ ਜਪਣ ਦੇ ਨਾਲ ਸਗਲ ਭਉ, ਇੱਕ ਨਿਰਭਉ ਜਿਹੜਾ ਡਰ ਰਹਿਤ ਹੈ, ਉਹਨੂੰ ਧਿਆਉਣ, ਉਹਦੇ ਨਾਲ ਜੁੜਨ ਦੇ ਨਾਲ ਸਾਰੇ ਡਰ ਖਤਮ ਹੋ ਜਾਣ। ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬਚਨ ਕਹਿੰਦੇ, ਇੱਕ ਦੇ ਨਾਲ ਜੁੜਿਆ, ਇੱਕ ਤੇ ਡਰਦੇ ਕਿਸੇ ਦੇ ਮਗਰ ਲੱਗ ਕੇ ਕਿਸੇ ਦੇ ਪਾਸ ਜਾਣਾ ਹੈ, ਤੇ ਫਿਰ ਵੀ ਡਰ ਦੂਰ ਨਹੀਂ ਹੁੰਦਾ। ਧਰਮ ਦੇ ਅੰਦਰ, ਕਰਮ ਦੇ ਅੰਦਰ, ਕਰਮ ਕਾਂਡ ਦੇ ਅੰਦਰ ਕੀਮਤੀ ਸਵਾਸ ਜਿਹੜੇ ਨੇ ਗਵਾਰਿਆ ਹੈ, ਪਰ ਡਰ, ਭੈ, ਤੌਖਲਾ ਇਹ ਖਤਮ ਨਹੀਂ ਹੋ ਰਿਹਾ। ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਨੇ ਬੜੇ ਪਿਆਰੇ ਸ਼ਬਦ ਵਰਤਦੇ ਆ, ਇੱਕ ਉਪਦੇਸ਼ ਤੇ ਇੱਕ ਗਾਡੀ ਰਾਹ ਦੱਸਿਆ ਕਿ ਨਿਰਭਉ ਦੇਖ, ਜੇ ਨਿਰਭਉ ਨੂੰ ਜਪ ਲਿਆ ਕੀ ਹੋਵੇਗਾ? ਕਹਿੰਦੇ ਸਗਲ ਭਉ ਮਿਟੈ। ਸਗਲ ਤੋਂ ਭਾਵ ਸਾਰੇ ਤੇ ਭਉ ਤੋਂ ਭਾਵ ਡਰ। ਹੁਣ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਕਹਿੰਦੇ, ਭਲਿਆ ਜੇ ਸਾਰੇ ਡਰਾਂ ਤੋਂ, ਜੇ ਸਾਰੇ ਵਿਕਾਰਾਂ ਤੋਂ, ਤੇ ਕਰਮ ਕਾਂਡਾਂ ਤੋਂ ਤੇ ਜੀਵਨ ਦੇ ਕਰਮਾਂ ਤੋਂ ਮੁਕਤੀ ਖਲਾਸੀ ਪ੍ਰਾਪਤ ਤੇ ਸਾਹਿਬ ਨਿਰਭਉ ਨੂੰ ਜਪ। ਧੰਨ ਗੁਰੂ ਨਾਨਕ ਮਹਾਰਾਜ ਜਿਸ ਨਿਰਭਉ ਦੇ, ਜਿਸ ਮਾਲਕ ਦੇ ਖੁਸ਼ੀ ਦੇ ਗੀਤ ਗਾਉਣ ਦੇ ਜ਼ਿਕਰ ਕਰਦੇ ਨੇ, ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਭਲਿਆ ਉਹਨੂੰ ਜਪਿਆ, ਉਹਦਾ ਸਿਮਰਨ ਕਰਿਆ, ਸਾਰੇ ਡਰ, ਸਾਰੇ ਭਰਮ, ਸਾਰੇ ਕਰਮ ਖਤਮ ਹੋ ਜਾਂਦੇ ਨੇ।
ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਤੇ ਜਿਹਦੇ ਉੱਪਰ ਮਾਲਕ ਦਤਾਰ ਜੀ ਦੀ ਬਖਸ਼ੰਦੀ ਹੈ ਪ੍ਰਾਣੀ ਇਹਨਾਂ ਵਿਕਾਰਾਂ ਡਰਾਂ ਕਰਮ ਕਾਂਡਾਂ ਤੋਂ ਛੁੱਟ ਜਾਂਦਾ ਹੈ, ਭਾਵ ਤੋਂ ਮੁਕਤ ਹੋ ਜਾਂਦਾ ਹੈ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਸਾਹਿਬ ਕਹਿੰਦੇ ਅਜਿਹੇ ਮਾਲਕ ਦਾ ਸੋਹਿਲਾ, ਅਜਿਹੇ ਮਾਲਕ ਦੇ ਸਿਫਤਾਂ ਦੇ ਗੀਤ ਗਾ। ਸੰਸਾਰ ਦੀ ਕਿਸੇ ਖਾਸ ਬੰਦੇ ਦੀ ਖੁਸ਼ਾਮਦ ਵਾਸਤੇ, ਉਹਦੀ ਖੁਸ਼ੀ ਦੇ ਔਰ ਉਹਦੇ ਫੁੱਲ ਨਾ ਬੰਨ। ਸਾਹਿਬ ਕਹਿੰਦੇ ਉਹ ਜਿਹੜਾ ਸੱਚ ਸਦੀਵ ਤੇ ਜਿਹਦਾ ਕੋਈ ਅੰਤ ਨਹੀਂ, ਉਹਦਾ ਸਿਮਰਨ ਕਰ, ਉਹਦੀ ਸਿਫਤ ਦਾ ਸੋਹਿਲਾ ਪੜ, ਜਿਹਦੇ ਨਾਲ ਸਗਲ ਭੈ ਮਿਟਦੇ ਨੇ। ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ। ਤੇ ਸਾਹਿਬ ਗੁਰੂ ਨਾਨਕ ਮਹਾਰਾਜ ਕਹਿੰਦੇ ਭਾਈ ਮੈਂ ਵਾਰਨੇ ਜਾਵਾਂ, ਮੈਂ ਸਦਕੇ ਜਾਵਾਂ, ਜਿਤ ਸੋਹਿਲਾ ਸੁਖ ਹੋਏ। ਮੈਂ ਅਜਿਹੇ ਖੁਸ਼ੀ ਦੇ ਆਨੰਦ ਵਾਲੇ ਔਰ ਮਾਲਕ ਦੀ ਸਿਫਤਾਂ ਵਾਲੇ ਗੀਤ, ਭਾਵ ਉਹਦੇ ਗੁਣਾਂ ਨੂੰ ਧਿਆਉਂਦਿਆਂ ਔਰ ਧਿਆਉਣ ਵਾਲਿਆਂ ਤੋਂ ਵਾਰਨੇ ਜਾਵਾਂ, ਕੁਰਬਾਨ ਜਾਵਾਂ, ਜਿਹੜੇ ਗਾਉਂਦੇ ਨੇ ਔਰ ਜਿਸ ਸੋਹਿਲੇ ਨੂੰ, ਜਿਸ ਸਿਫਤ ਨੂੰ ਕਰਨ ਦੇ ਨਾਲ ਸਦਾ ਸੁਖ ਹੋਏ, ਸਦਾ ਸੁਖ ਆ ਜਾਂਦਾ ਹੈ। ਸਤਿਗੁਰਾਂ ਜੀ ਦੇ ਬਚਨ ਤੇ ਬੜੇ ਕਮਾਲ ਦੇ ਨੇ ਔਰ ਬਚਨਾਂ ਦੇ ਅੰਦਰ ਦਮ ਬੜਾ ਹੈ। ਔਰ ਸਤਿਗੁਰੂ ਜੀ ਬਿਲਕੁਲ ਸਰਲ ਭਾਸ਼ਾ ਦੇ ਸਮਝਾ ਰਹੇ ਨੇ। ਇਹਦੇ ਵਿੱਚ ਕੋਈ ਇਵੇਂ ਦਾ ਕੋਈ ਗੁੰਝਲ ਨਹੀਂ ਹੈਗੀ ਜਿਹੜੀ ਸਮਝ ਨਹੀਂ ਆਉਣ ਵਾਲੀ। ਸਤਿਗੁਰੂ ਤੇ ਸਪਸ਼ਟ ਰੂਪ ਦੇ ਅੰਦਰ ਕਹਿੰਦੇ ਮੈਂ ਉਹਨਾਂ ਤੋਂ ਵਾਰ ਨਹੀਂ ਜਾਵਾਂ, ਔਰ ਉਸ ਸਿਫਤਾਂ ਭਰੇ ਗੀਤ ਤੋਂ ਵੀ ਔਰ ਸਿਫਤਾਂ ਤੋਂ ਵੀ ਵਾਰ ਨਹੀਂ ਜਾਵਾਂ, ਜਿਨ੍ਹਾਂ ਦਾ ਜਿਸ ਮਾਲਕ ਦੇ ਅਜਿਹੇ ਸਿਫਤਾਂ ਭਰੇ ਗੀਤ ਗਾਉਣ ਦੇ ਨਾਲ ਸੁੱਖ ਮਿਲਦਾ ਹੈ। ਹੁਣ ਸੁੱਖ ਹਰ ਇੱਕ ਨੂੰ ਚਾਹੀਦਾ ਹੈ, ਔਰ ਪਾਵਨ ਸਤਿ ਦੇ ਅੰਦਰ ਸੁੱਖ ਚਾਹੀਦਾ ਹੈ। ਤੇ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਮਾਲਕ ਦੇ ਖੁਸ਼ੀ ਦੇ ਗੀਤ, ਭਾਵ ਉਹਦੇ ਦਰ ਤੇ ਆ ਕੇ ਉਹਦਾ ਸ਼ੁਕਰਾਨਾ ਕਰਿਆ ਕਰ। ਉਹਦੇ ਦਰ ਦੇ ਸ਼ੁਕਰਾਨੇ ਤੋਂ ਬਿਨਾ ਹੋਰ ਕਿਤੇ ਕੋਈ ਨਹੀਂ। ਕਰਤੇ ਸਾਹਿਬ ਸਤਿਗੁਰੂ ਕਰਤਾ ਨਿਰੰਕਾਰ ਦਤਾਰ। ਉਹਦੇ ਬਾਬਤ ਫਿਰ ਮਿਹਰਮਤ ਕਹਿਣ ਲੱਗੇ, ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਮਰੋ ਸਿਰਜਣਹਾਰੋ। ਧਿਆਨ ਦੇਣਾ, ਸਤਿਗੁਰਾਂ ਨੇ ਸੋਹਿਲਾ ਬਾਣੀ ਦੇ ਅੰਦਰ ਔਰ ਪਹਿਲੇ ਹੀ ਸ਼ਬਦ ਦੇ ਅੰਦਰ ਸੋਹਿਲਾ ਗਾਉਣ, ਗੀਤ ਗਾਉਣ, ਸੋਹਿਲੜੇ ਪੜਨ ਦਾ ਜ਼ਿਕਰ ਕੀਤਾ। ਕਿਉਂਕਿ ਜਦੋਂ ਘਰ ਦੇ ਅੰਦਰ ਬੇਟੀ ਦਾ ਵਿਆਹ ਤੇ ਉਸ ਸਮੇਂ ਜਦੋਂ ਉਹਦੇ ਵਿਆਹ ਦਾ ਸਾਰਾ ਪ੍ਰੋਗਰਾਮ ਉਲੀਕ ਲਿਆ ਜਾਂਦਾ ਹੈ, ਉਦੋਂ ਫਿਰ ਖੁਸ਼ੀ ਦੇ ਗੀਤ ਗਾਏ ਜਾਂਦੇ ਨੇ। ਉਦੋਂ ਸੋਹਿਲੜੇ ਤੇ ਸਿੱਠਣੀਆਂ ਪੜੀਆਂ ਜਾਂਦੀਆਂ ਨੇ। ਸਾਹਿਬ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਉਹੀ ਅਲੰਕਾਰ ਵਰਤਿਆ ਹੈ, ਜਿਹਨੂੰ ਆਪਾਂ ਅਗਲੇ ਬੰਦਾ ਵਿਸਥਾਰ ਦੇ ਨਾਲ ਦਾ ਯਤਨ ਕਰਾਂਗੇ। ਸਾਹਿਬ ਸਤਿਗੁਰੂ ਨੇ ਮਿਹਰਮਤ ਵਰਤਾਈ, ਕਹਿੰਦੇ ਭਾਈ ਤੂੰ ਵੀ ਅਜਿਹੇ ਮਾਲਕ ਦੇ ਖੁਸ਼ੀਆਂ ਭਰੇ ਗੀਤ ਨੂੰ ਗਾ, ਜਿਹਨੂੰ ਗਾਉਣ ਦੇ ਨਾਲ ਸਦਾ ਸੁਖ ਮਿਲਦਾ ਹੈ। ਨਿਰਭਉ ਜਪੈ ਸਗਲ ਭਉ ਮਿਟੈ। ਜਿਹਨੂੰ ਜਪਿਆ ਸਾਰੇ ਭਉ ਖਤਮ ਹੋ ਜਾਂਦੇ ਨੇ। ਜਾਂ ਸਤਿਗੁਰਾਂ ਜੀ ਦੇ ਪਾਵਨ ਚੌਥੇ ਗੁਰੂ ਰਾਮਦਾਸ ਜੀ ਦੇ ਬਚਨ ਆਪਾਂ ਰੋਜ਼ ਸ਼ਾਮ ਦੇ ਸੋਦਰ ਦੇ ਪਾਠ ਦੇ ਅੰਦਰ ਪੜ੍ਹਦੇ ਹਾਂ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੇ। ਕਹਿੰਦੇ ਜਿਸ ਜਨ ਨੇ ਨਿਰਭਉ ਮਾਲਕ ਨੂੰ ਧਿਆਇਆ ਏ, ਉਹਦਾ ਸਾਰਾ ਡਰ ਜਿਹੜਾ ਏ ਉਹ ਗੁਰੂ ਨੇ ਖਤਮ ਕਰ ਦਿੱਤਾ। ਉਹਦੇ ਸਾਰੇ ਡਰ ਭਰਮ ਭੁਲੇਖੇ ਦਿੱਤੇ। ਸਾਹਿਬ ਕਹਿੰਦੇ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਮਰੋ ਸਿਰਜਣਹਾਰੋ। ਜੈ
ਜੈ ਘਰ ਜਿਸ ਘਰ ਅੰਦਰ ਕੀਰਤ ਆਖੀਏ ਕਰਤੇ ਦੀ ਕੀਰਤੀ ਕਰਤੇ ਦੀ ਸਿਫਤ ਸਦਾ ਕਹੀ ਜਾਂਦੀ ਹੈ। ਹੁਣ ਉਹ ਘਰ ਕਿਹੜਾ ਹੈ? ਜੇ ਬਾਹਰੀ ਰੂਪ ਦੇ ਅੰਦਰ ਕੀ ਤੇ ਉਹ ਧਾਰਮਿਕ ਧਰਮਸ਼ਾਲਾ, ਗੁਰੂ ਦਾ ਦਵਾਰਾ, ਮੰਦਰ, ਮਸਜਿਦ, ਚਰਚ, ਜਿਨ੍ਹਾਂ ਦੇ ਅੰਦਰ ਉਹ ਮਾਲਕ ਨੂੰ ਕਿਸੇ ਨਾ ਕਿਸੇ ਰੂਪ ਦੇ ਅੰਦਰ ਯਾਦ ਕੀਤਾ ਜਾਂਦਾ ਹੈ, ਕਿਸੇ ਨਾ ਕਿਸੇ ਰੂਪ ਦੇ ਅੰਦਰ ਮਾਲਕ ਨੂੰ ਧਿਆਇਆ ਜਾਂਦਾ ਹੈ। ਸਾਹਿਬ ਕਹਿੰਦੇ ਜੈ ਘਰ ਕੀਰਤ ਆਖੀ ਹੈ, ਜਿਸ ਘਰ ਦੇ ਅੰਦਰ ਮਾਲਕ ਦੀ ਕੀਰਤੀ, ਮਾਲਕ ਦੀ ਸਿਫਤ ਸਦਾ ਗਾਈ ਜਾਂਦੀ ਹੈ, ਆਖੀ ਜਾਂਦੀ ਹੈ। ਕਰਤੇ ਕਾ ਵਿਚਾਰੋ ਉਹ ਦੇ ਗੁਣਾਂ ਨੂੰ ਵਿਚਾਰਿਆ ਜਾਂਦਾ ਏ, ਗਾਇਆ ਜਾਂਦਾ ਏ। ਤਿਰਤ ਘਰ ਗਾਵੋ ਸੋਹਿਲਾ, ਸਿਮਰੋ ਸਿਰਜਣਹਾਰੋ। ਸਾਹਿਬ ਗੁਰੂ ਨਾਨਕ ਮਹਾਰਾਜ ਨੇ ਬਚਨ ਕੀਤੇ, ਕਹਿਣ ਲੱਗੇ ਭਲਿਆ ਤੂੰ ਵੀ ਉਸ ਘਰ ਦੇ ਅੰਦਰ ਜਾ ਕੇ ਉਹ ਮਾਲਕ ਦਾ ਸੋਹਿਲ ਦਾ ਗਾਇਆ ਕਰ, ਉਹਦੇ ਸਿਫਤਾਂ ਦੇ ਜਿਹੜੇ ਉਹਨੇ ਤੈਨੂੰ ਦਾਤਾਂ ਉਹਦਾ ਸ਼ੁਕਰਾਨਾ ਕਰਦਿਆਂ ਹੋਇਆਂ ਗੁਣ ਗਾਇਆ ਕਰ ਕਿ ਮਾਲਕ ਤੇਰੀ ਬਖਸ਼ਿਸ਼ ਹੈ, ਤੂੰ ਕਿਰਪਾ ਕੀਤੀ ਹੈ ਤੇ ਇਹ ਸਵਾਸ ਜਿਹੜੇ ਨੇ ਚੱਲ ਰਹੇ ਨੇ ਕਿ ਤੇਰੀ ਬਖਸ਼ਿਸ਼ ਹੀ ਹੈ। ਜੇ ਤੇਰੀ ਕਿਰਪਾ ਨਾ ਹੋਵੇ ਤੇ ਇੱਕ ਵੀ ਸਵਾਸ ਜਿਹੜਾ ਹੈ ਕੋਈ ਜੀਵ ਦੇ ਵੱਸ ਦੀ ਗੱਲ ਨਹੀਂ ਕੋ ਲੈ ਸਕੇ। ਸੰਸਾਰ ਦੇ ਅੰਦਰ ਬੜੀਆਂ ਐਵੇਂ ਜਾਂਦੀਆਂ ਨੇ, ਜਗ ਬੀਤੀਆਂ, ਹੱਡ ਬੀਤੀਆਂ ਬਹੁਤ ਵਿਦਵਾਨਾਂ ਨੇ ਆਪਣੀ ਸਵੈ ਜੀਵਨੀ ਦੇ ਅੰਦਰ ਲਿਖੀਆਂ। ਇੱਕ ਬਜ਼ੁਰਗ ਜਿਹਦੀ ਉਮਰ ਕੋਈ 80 ਦੇ ਕਰੀਬ ਹੋਵੇਗੀ, ਸਾਹ ਦੀ ਪ੍ਰੋਬਲਮ ਆਈ ਜਾਂ ਪਰਿਵਾਰ ਨੇ ਬੜੀ ਜਲਦੀ ਦੇ ਨਾਲ ਹਸਪਤਾਲ ਦੇ ਅੰਦਰ ਦਾਖਲ ਕਰਵਾਇਆ ਹੈ। 2 ਦਿਨ ਹਸਪਤਾਲ ਦੇ ਅੰਦਰ ਜਦੋਂ ਬਿੱਲ ਦੇਖਿਆ ਹੈ ਤੇ ਬਿੱਲ ਦੇਖਦਿਆਂ ਸਾਰੀ ਜਿਹੜਾ ਹੈ ਉਹ ਬੜੇ ਉੱਚੀ ਉੱਚੀ ਰੋਣ ਲੱਗਾ ਹੈ। ਅੱਖਾਂ ਦੇ ਅੰਦਰ ਨੀਰ ਵੀ ਆਇਆ ਹੈ, ਹੰਝੂ ਆਏ ਨੇ। ਸਭਨਾਂ ਨੇ ਇਹ ਸੋਚਿਆ ਹੈ ਬਿੱਲ ਬੜਾ ਜ਼ਿਆਦਾ ਆਇਆ ਹੈ, 1.5-2 ਲੱਖ ਦੇ ਕਰੀਬ ਬਿੱਲ ਹੈ। ਦਿਨ 2 ਜਿਹੜਾ ਹੈ ਉਹ ਹਸਪਤਾਲ ਦੇ ਅੰਦਰ ਰਿਹਾ। ਜਦੋਂ ਇਵੇਂ ਦੀ ਘਟਨਾ ਵਾਪਰੀ ਹੈ, ਪਰਿਵਾਰ ਦਾ ਵੀ ਦਿਲ ਦੁਖਿਆ ਹੈ। ਹੌਸਲਾ ਦਿੰਦੇ ਬਜ਼ੁਰਗ ਨੂੰ ਕਿਹਾ ਹੈ ਕੋਈ ਗੱਲ ਨਹੀਂ, ਮਾਇਆ ਹੱਥਾਂ ਦੀ ਮੈਲ ਹੈ, ਆਉਂਦੀ ਹੈ ਜਾਂਦੀ ਹੈ, ਤੁਹਾਡੀ ਜਾਨ ਬਚ ਗਈ ਹੈ। ਪਰ ਉਹ ਬਜ਼ੁਰਗ ਦੇ ਜੋ ਲਫ਼ਜ਼, ਜੋ ਅਲਫਾਜ਼, ਜੋ ਉਹਦੇ ਬੋਲ, ਕਹਿੰਦਾ ਕਿ ਨਹੀਂ ਮੈਂ ਬਿੱਲ ਦੇਖ ਕੇ ਰੋ ਨਹੀਂ ਰਿਹਾ, ਮੈਂ ਜੋ ਮਾਲਕ ਦਾ ਸ਼ੁਕਰਾਨਾ ਹਿਰਦੇ ਦੇ ਅੰਦਰ ਕੀਤਾ। ਅੱਜ ਅਹਿਸਾਸ ਹੋਇਆ ਕਿ ਮਾਲਕ ਜਿਹੜੇ ਸਵਾਸ ਤੋਂ ਜਿਨ੍ਹਾਂ ਦਾ ਇੰਨਾ ਜ਼ਿਆਦਾ ਮੁੱਲ ਹੈ ਕਿ ਇੱਥੇ ਆ ਕੇ 1-2 ਘੰਟੇ ਇਹਨਾਂ ਦੀ ਜਿਹੜੇ ਵੈਂਟੀਲੇਟਰ ਦੇ ਉੱਪਰ ਸਾਨੂੰ ਪਾਇਆ ਹੈ ਤੇ ਉਹਦਾ ਹੀ ਬਿੱਲ ਜਿਹੜਾ ਹੈ ਇੰਨਾ ਜ਼ਿਆਦਾ ਬਣ ਗਿਆ ਹੈ। ਮਾਲਕ ਤੂੰ ਇੰਨੀ ਜ਼ਿਆਦਾ ਕੀਮਤੀ ਚੀਜ਼ ਜਿਹਨੂੰ ਆਮ ਗਰੀਬ ਸੰਸਾਰ ਦੇ ਅੰਦਰ ਦੇ ਹੀ ਨਹੀਂ ਸਕਦਾ, ਤੂੰ ਉਹਨਾਂ ਦਾਤਾਂ ਨੂੰ ਸਤਿਗੁਰੂ ਜਿਹੜਾ ਹੈ ਉਹ ਫਰੀ ਦੇ ਅੰਦਰ ਵੰਡ ਰਿਹਾ ਹੈ। ਪਾਣੀ ਤੋਂ ਬਿਨਾਂ ਜੀਵ ਕੁਝ ਘੰਟੇ, ਕੁਝ ਦਿਨ ਵੀ ਕੱਢ ਸਕਦਾ ਹੈ, ਪ੍ਰਸ਼ਾਦੇ ਤੋਂ ਬਿਨਾਂ ਕਈ ਦਿਨ ਜਿਹੜਾ ਹੈ ਕਰ ਸਕਦਾ ਹੈ। ਪਰ ਸਵਾਸ ਕਿਵੇਂ ਦੇ ਹੈ ਕਿ ਜੇ ਇੱਕ ਆਇਆ ਹੈ ਦੂਸਰਾ ਨਾ ਆਵੇਗਾ ਤੇ ਸਵਾਸਾਂ ਦਾ ਜਿੰਦ ਦੇ ਨਾਲੋਂ ਦੂਰ ਹੋਣਾ ਹੀ ਤੇ ਜੀਵ ਦੀ ਮੌਤ ਹੈ। ਉਹ ਬਜ਼ੁਰਗ ਆਖਦਾ ਕਹਿੰਦੇ ਮਾਲਕ ਮੈਂ ਤੇਰਾ ਸ਼ੁਕਰਾਨਾ ਕਰਦਾ ਹੈ। ਅੱਜ ਅਹਿਸਾਸ ਹੋਇਆ ਹੈ ਜਿਹਨੂੰ ਸੰਸਾਰ ਦੇ ਅੰਦਰ ਅਮੀਰ ਤੋਂ ਅਮੀਰ ਵੀ ਨਹੀਂ ਖਰੀਦ ਸਕਦਾ, ਸਤਿਗੁਰੂ ਤੂੰ ਉਹਨਾਂ ਨੂੰ ਬੇਅੰਤ ਦੁਨੀਆ ਦੇ ਅੰਦਰ ਵਰਤਾ ਰਿਹਾ ਹੈ। ਇਹ ਤੇਰੀ ਬਖਸ਼ਿਸ਼ ਹੈ। ਸਾਹਿਬ ਗੁਰੂ ਨਾਨਕ ਕਹਿੰਦੇ ਭਲੀ ਮਾਲਕ ਦੇ ਦਰ ਤੇ, ਅਜਿਹੇ ਦਰ ਤੇ ਆ ਕੇ ਕੁਝ ਲਫ਼ਜ਼ ਸ਼ੁਕਰਾਨੇ ਦੇ
ਮਾਲਕ ਦੇ ਸਾਹਮਣੇ ਅਰਜ਼ ਕਰਿਆ ਕਰ, ਬਿਨੋਂ ਕਰਿਆ ਕਰ ਸਤਿਗੁਰੂ ਇਹ ਤੇਰੀ ਹੀ ਕਿਰਪਾ ਹੈ, ਤੂੰ ਹੀ ਬਖਸ਼ਿਸ਼ ਕੀਤੀ ਹੈ ਤੇ ਇਹ ਪੰਜ ਭੂਤ ਸਰੀਰ ਚੱਲ ਰਿਹਾ ਹੈ, ਇਹ ਤੇਰੀ ਬਖਸ਼ਿਸ਼ ਤੋਂ ਬਿਨਾ ਤੇ ਇਸ ਦਰ ਤੇ ਵੀ ਜਿਹੜਾ ਹੈ ਨਹੀਂ ਆਇਆ ਜਾਂਦਾ, ਇਹ ਤੇਰੀ ਕਿਰਪਾ ਹੀ ਹੈ ਤੇ ਤੇਰੇ ਤੇ ਭਰੀ ਜਾ ਰਹੀ ਹੈ। ਜੇ ਤੇਰੀ ਬਖਸ਼ਿਸ਼ ਨਾ ਹੋਵੇ ਤੇ ਤੇਰੇ ਦਰ ਤੇ ਕੋਈ ਕਿਵੇਂ ਆਵੇ। ਮੁਸਲਮਾਨ ਫਕੀਰ ਆਮ ਹੀ ਇਹ ਜ਼ਿਕਰ ਕਰਦੇ ਨੇ, ਕਹਿੰਦੇ ਕਿਸੇ ਵੇਲੇ ਜਦੋਂ ਕੋਈ ਸਵਾਲ ਕਰ ਦਿੰਦਾ ਹੈ ਕਿ ਮਾਲਕ ਕਿਰਪਾ ਨਹੀਂ ਕਰ ਰਿਹਾ, ਤੇ ਕਹਿੰਦੇ ਕਿ ਜੇ ਮਾਲਕ ਨੇ ਕਿਰਪਾ ਕੀਤੀ ਹੈ ਤੇ ਭਾਈ ਤੂੰ ਉਹਦੇ ਦਰ ਤੇ ਆਇਆ ਹੈ, ਜੇ ਉਹਦੀ ਬਖਸ਼ਿਸ਼ ਨਾ ਹੋਵੇ ਤੇ ਤੇਰੀ ਕੀ ਜ਼ਰੂਰਤ ਹੈ ਕਿ ਤੂੰ ਅਗਲਾ ਜਿਹੜਾ ਹੈ ਸਕੇ। ਇਹ ਤੇ ਉਹ ਮਾਲਕ ਦੀ ਬਖਸ਼ਿਸ਼ ਹਰ ਜਗ੍ਹਾ ਵਰਤ ਰਹੀ ਹੈ। ਜੇ ਵਾਹਿਗੁਰੂ ਦਾ ਜਾਪ ਕਰ ਰਿਹਾ ਹੈ, ਜੇ ਉਹ ਕਰਾ ਰਿਹਾ ਹੈ ਤੇ ਕਰ ਰਿਹਾ ਹੈ, ਜੇ ਉਹ ਇੱਕ ਵੀ ਸਵਾਸ ਨਾ ਦਵੇ ਤੇ ਤੇਰੇ ਅੰਦਰ ਇੰਨੀ ਪਾਇਆ ਨਹੀਂ, ਇੰਨੀ ਤਾਕਤ ਨਹੀਂ। ਕਈ ਜੀਵ ਮਨ ਦੇ ਅੰਦਰ ਬੜਾ ਗੁਮਾਨ ਵੀ ਲੈ ਕੇ ਤੁਰਦੇ ਨੇ, ਚੱਲਦੇ ਨੇ, ਕਿਉਂਕਿ ਮਾਲਕ ਨੇ ਜੀਵਨ ਨੂੰ ਸੁਤੰਤਰਤਾ ਵੀ ਦਿੱਤੀ ਹੈ ਕਿ ਮੈਂ ਸਭ ਕਰ ਸਕਦਾ ਹਾਂ। ਇੱਕ ਫਕੀਰ ਦੇ ਪਾਸ ਇੱਕ ਜੀਵ ਆਇਆ ਹੈ ਤੇ ਆ ਕੇ ਆਖਦਾ ਹੈ ਕਿ ਮੈਂ ਤੇ ਸਭ ਕੁਝ ਕਰ ਸਕਦਾ ਹਾਂ, ਤੇਰਾ ਮਾਲਕ ਕੀ ਕਰ ਸਕਦਾ ਹੈ? ਮੈਂ ਹਰ ਇੱਕ ਕਰਮ ਕਰ ਸਕਦਾ ਹਾਂ, ਸਭ ਥਾਵਾਂ ਤੇ ਮੈਂ ਕਾਮਯਾਬ ਹੋਇਆ ਹਾਂ, ਮੈਂ ਚੱਲ ਵੀ ਸਕਦਾ, ਬੋਲ ਵੀ ਸਕਦਾ, ਹਰ ਕਰਮ ਜਿਹਦੇ ਅੰਦਰ ਆ ਜਾਂਦਾ ਉਹ ਕਰ ਸਕਦਾ ਹੈ, ਪਰ ਜਿਹਦੀ ਇਬਾਦਤ ਦੇ ਅੰਦਰ ਤੂੰ ਜੁੜਿਆ ਹੈ ਉਹ ਕੀ ਕਰ ਸਕਦਾ ਹੈ? ਮੈਨੂੰ ਇੱਕ ਕੰਮ ਉਸਦਾ ਵਿਖਾ। ਕਿ ਉਹ ਰੱਬੀ ਫਕੀਰ ਨੇ ਉਹਦੀ ਭਾਸ਼ਾ ਦੇ ਅੰਦਰ ਹੀ ਉਹਨੂੰ ਸਮਝਾਇਆ। ਕਹਿੰਦੇ ਕਿ 1 ਲੱਖ ਤੇ ਖਲੋ, ਬੜੀ ਜਲਦੀ ਦੇ ਨਾਲ ਇੱਕ ਤੇ ਖਲੋਤਾ ਹੈ, ਦੋਨੋਂ ਹੱਥ ਤਾਂ ਕਰਾ ਲਏ ਨੇ, ਕੀਤੇ ਨੇ। ਉਹ ਫਕੀਰ ਕਹਿੰਦਾ 1 ਲੱਖ ਤੋਂ ਧਰਤੀ ਚੁੱਕੀ ਹੈ ਤੇ ਖਲੋਤਾ ਹੈ। ਫਕੀਰ ਕਹਿੰਦਾ ਹੁਣ ਦੂਸਰੀ ਲੱਤ ਵੀ ਧਰਤੀ ਤੋਂ ਚੁੱਕ। ਕਹਿੰਦਾ ਇਹ ਨਹੀਂ ਕਰ ਸਕਦਾ। ਤੇ ਉਹ ਫਕੀਰ ਕਹਿੰਦੇ ਮਾਲਕ ਜਿੱਥੇ ਤੇਰੀ ਪਹੁੰਚ ਨਹੀਂ ਉਹ ਵੀ ਕੰਮ ਕਰ ਸਕਦਾ ਹੈ। ਪ੍ਰਭ ਭਾਵ ਹੈ ਬਿਨ ਸਾਸਤੇ ਰੱਖੇ, ਪ੍ਰਭ ਭਾਵੇ ਤਾਂ ਹਰਮਨ ਪਾਖੇ, ਪ੍ਰਭ ਭਾਵੇ ਤਾਂ ਪਤਿਤ ਉਧਾਰੇ। ਮਾਲਕ ਚਾਹੇ ਤੇ ਪਤਿਤ ਮਲੀਨ, ਕਰਮੀ ਤੋਂ ਕਰਮੀ, ਪਾਪੀ ਤੋਂ ਪਾਪੀ ਨੂੰ ਵੀ ਪਵਿੱਤਰ ਕਰ ਸਕਦਾ ਹੈ। ਇਹ ਮਾਲਕ ਦੇ ਹੱਥ ਹੈ। ਸਾਹਿਬ ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ ਭਲਿਆ ਅਜਿਹਾ ਨਿਰਭਉ ਜਿਹਨੂੰ ਜਪਣ ਦੇ ਨਾਲ ਸਾਰੇ ਭੈ ਡਰ ਖਤਮ ਹੋ ਜਾਂਦੇ ਨੇ। ਉਹਦੇ ਦਰ ਤੇ ਆ ਕੇ ਆਪਣੇ ਹਿਰਦੇ ਅੰਦਰ ਮਾਲਕ ਨੂੰ ਧਿਆਇਆ ਕਰ, ਉਹਦਾ ਸ਼ੁਕਰਾਨਾ ਕਰਿਆ ਕਰ। ਤੂੰ ਵੀ ਉਹ ਮਾਲਕ ਦਾ ਤਿਤ ਕਰ ਗਾਵੋ ਸੋਹਿਲਾ ਸਿਮਰੋ ਸਿਰਜਣਹਾਰੋ। ਜਿਹੜਾ ਮਾਲਕ ਸਭਨਾਂ ਨੂੰ ਸਿਰਜਦਾ ਹੈ, ਪੈਦਾ ਕਰਦਾ ਹੈ, ਤੂੰ ਵੀ ਉਹਦੇ ਦਰ ਤੇ ਜਾ ਕਰਕੇ ਉਹਦਾ ਨਾਮ ਧਿਆਇਆ ਕਰ, ਉਹਦਾ ਸਿਮਰਨ ਕਰਿਆ ਕਰ। ਉਹਦੇ ਸਿਮਰਨ ਦੇ ਅੰਦਰ ਬੜੀਆਂ ਬਰਕਤਾਂ ਨੇ। ਕਰੋ ਯਤਨ ਤੂੰ ਕਰਿਆ ਕਰ, ਜੇ ਹੋਏ ਮਿਹਰਬਾਨਾ। ਜਦੋਂ ਉਹਦੀ ਮਿਹਰ ਹੋ ਗਈ ਉਦੋਂ ਸਭ ਪਾਸੇ ਉਹ ਮਾਲਕ ਦਾ ਨਾਮ ਵਰਤੇਗਾ। ਸਾਹਿਬ ਨੇ ਅਰਪਤਾ ਦੇ ਵੱਧ ਤੋਂ ਬਾਅਦ ਅਗਲੇਰੇ ਬੰਦਾ ਅੰਦਰ ਮਿਹਰਮਤ ਵਰਤਾਈ। ਕਹਿੰਦੇ ਨਿਤ ਨਿਤ ਜੀੜਾ ਸੰਭਾਲੀਨ, ਦੇਖੇਗਾ ਦੇਵਨਹਾਰ। ਤੇਰਾ ਦਾਨੇ ਕੀਮਤ ਨਾ ਪਵੈ, ਇਸ ਦਾਤੇ ਕਵਨ ਸੁਮਾਰ। ਸਾਹਿਬ ਧੰਨ ਗੁਰੂ ਨਾਨਕ ਰਾਜ ਬਖਸ਼ ਕਹਿੰਦੇ ਭਾਈ ਨਿਤ ਨਿਤ ਜੀੜਾ ਸੰਭਾਲੀਨ, ਦੇਖੇਗਾ ਦੇਵਨਹਾਰ। ਭਾਈ ਉਹ ਮਾਲਕ ਜਿਹੜਾ ਨਿਤ ਨਿਤ ਭਾਵ ਜਿਹੜਾ ਸਦਾ ਹੀ ਜੀਵਾਂ ਦੀ ਸੰਭਾਲ ਕਰਦਾ ਹੈ, ਕਰਦਾ ਸੀ, ਕਰਦਾ ਹੈ, ਕਰਦਾ ਰਹੇਗਾ। ਜਿਹੜਾ ਸਾਰੇ ਜੀਵਾਂ ਨੂੰ ਦੇਖਣ ਹਾਰਾ ਏ, ਸਭਨਾਂ ਦੀ ਸੰਭਾਲ ਕਰਨ ਹਾਰਾ ਏ। ਤੇਰਾ ਦਾਨਾ ਕੀ ਨਾ ਪਵੈ, ਇਸ ਦਾਤੇ ਕਵਨ ਸੁਮਾਰ। ਸਾਹਿਬ ਕਹਿੰਦੇ ਭਾਈ
ਜਿਸ ਦਤਾਰ ਦੀਆਂ ਦਾਤਾਂ ਦਾ ਮੁੱਲ ਤੂੰ ਕਦੇ ਵੀ ਨਹੀਂ ਤਾਰ ਸਕਦਾ, ਜਿਸ ਦੀਆਂ ਭੋਗ ਰਹੀਆਂ ਦਾਤਾਂ ਜਿਹੜੀਆਂ ਹੈ, ਜਿਨ੍ਹਾਂ ਨੂੰ ਤੂੰ ਭੋਗ ਰਿਹਾ ਹੈ, ਵਰਤ ਰਿਹਾ ਹੈ, ਇਹ ਮਾਲਕ ਦੇ ਸਵਾਸ ਹੀ ਜਿਹੜੇ ਤੂੰ ਵਰਤ ਰਿਹਾ ਹੈ, ਇਹ ਮਾਲਕ ਦੇ ਪੈਦਾ ਕੀਤੇ ਹੋਏ ਕਹਿੰਦੇ ਉਹਦੀਆਂ ਦਾਤਾਂ ਦਾ ਮੁੱਲ ਨਹੀਂ ਤਾਰ ਸਕਦਾ। ਤੇਰੇ ਪਾਸੋਂ ਉਹ ਮਾਲਕ ਦੀ ਕਿਸੇ ਵੀ ਦਾਤ ਦਾ ਕੋਈ ਮੁੱਲ ਨਹੀਂ। ਉਸ ਦਤਾਰ ਦੇ ਜਿਹਦੀਆਂ ਦਾਤਾਂ ਵੀ ਬੇਅੰਤ ਨੇ, ਜਿਹੜਾ ਦਾਤਾ ਵੀ ਬੇਅੰਤ ਹੈ, ਨਾ ਤਾਂ ਤੂੰ ਉਹਦੀਆਂ ਦਾਤਾਂ ਦਾ ਅੰਤ ਪਾ ਸਕਦਾ ਹੈ ਤੇ ਨਾ ਤੂੰ ਉਹਦੇ ਬਖਸ਼ੀ ਹੋਏ ਪਦਾਂ ਦਾ ਪਾ ਸਕਦਾ ਹੈ। ਜਿਵੇਂ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜਪ ਬਾਣੀ ਦੇ ਅੰਦਰ ਮਿਹਰ ਕਰਦੇ, ਕਹਿੰਦੇ ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ, ਆਖੈ ਮੰਗਾ ਦੇਹ ਦੇਹ, ਦਾਤ ਕਰੇਗਾ ਤਾਰ। ਕਹਿੰਦੇ ਉਹ ਮਾਲਕ ਵੀ ਸੱਚਾ ਹੈ, ਉਹਦਾ ਨਿਆਮ ਵੀ ਸੱਚਾ ਹੈ। ਸਾਚਾ ਸਾਹਿਬ ਸਾਚ ਨਾਏ, ਉਹਦਾ ਨਿਆਮ ਹੀ ਸੱਚਾ ਹੈ, ਘਰ ਸੱਚ ਦਾ ਨਵੇੜਾ ਹੈ। ਭਾਖਿਆ ਬੋਲੀ ਭਾਸ਼ਾ, ਕਹਿੰਦੇ ਭਾਖਿਆ ਭਾਉ ਅਪਾਰ, ਉਹਦੀ ਭਾਸ਼ਾ ਪਿਆਰ ਭਰੀ ਹੈ। ਸਾਚ ਕਹੂੰ ਸੁਣ ਲਿਓ ਸਦਾ ਜਨ ਪ੍ਰੇਮ ਜੀਓ, ਤਿਨ ਹੀ ਪ੍ਰਭ ਪਾਇਓ। ਜਾਂ ਭਾਈ ਗੁਰਦਾਸ ਮਿਹਰ ਦੀ ਨਦਰ ਗਵਾਹੀ ਭਰਦੇ ਆ ਵਾਰਾਂ ਦੇ ਅੰਦਰ ਜਿਹੜੇ ਕਹਿੰਦੇ ਸੁਰ ਭਾਉ ਭਗਤ ਦਾ ਭੁੱਖਾ ਮਾਲਕ ਨੂੰ ਕਿਸੇ ਪਦਾਰਥ ਦੇ ਨਾ ਤੇ ਸਾਡੀ ਹੈਸੀਅਤ ਹੈ ਤੇ ਨਾ ਅਸੀਂ ਮਾਲਕ ਦੇ ਅੱਗੇ ਕੋਈ ਐਵੇਂ ਦਾ ਪਦਾਰਥ ਅਰਪਣ ਕਰ ਸਕਦੇ ਹਾਂ ਜਿਹਦੇ ਤੋਂ ਉਹ ਖੁਸ਼ ਹੋਵੇ। ਕਹਿੰਦੇ ਕਿਸੇ ਪਦਾਰਥ ਦੇ ਨਾਲ ਮਾਲਕ ਰੀਝਣ ਵਾਲਾ ਨਹੀਂ। ਰੀਝ ਦਾ ਕਿਸ ਦੇ ਨਾਲ ਹੈ? ਕਹਿੰਦੇ ਸਤਿਗੁਰ ਭਾਉ ਭਗਤ ਦਾ ਭੁੱਖਾ, ਉਹ ਪ੍ਰੇਮ ਦਾ ਭੁੱਖਾ ਹੈ। ਤੇ ਧੰਨ ਗੁਰੂ ਨਾਨਕ ਮਹਾਰਾਜ ਨੇ ਮਿਹਰ ਕੀਤੀ, ਕਹਿੰਦੇ ਭਾਖਿਆ ਪਾਰ ਉਹਦੀ ਪਿਆਰ ਵਾਲੀ ਹੈ, ਉਹੀ ਭਾਸ਼ਾ ਉਹਨੂੰ ਸਮਝ ਆਉਂਦੀ ਹੈ। ਆਖਿਆ ਮੰਗਾ ਦੇਹ ਦੇਹ, ਦਾਤ ਕਰੇ ਦਾ ਤਾਰ, ਮੰਗਣ ਵਾਲੇ ਕੀਤੜੇ ਦਾਤਾ ਇੱਕੋ ਸੋਏ, ਜਿਹੜਾ ਦਤਾਰ ਦਾਤਾਂ ਵੰਡਦਾ ਏ। ਫੇਰ ਕਿ ਅੱਗਾ ਰੱਖੀ ਹੈ ਜਿੱਤ ਦਿਸਾ ਦਰਬਾਰ, ਮੋਹ ਕੇ ਬੋਲਣ ਬੋਲੀ ਹੈ ਜਿੱਤ ਸੋ ਧਰੇ ਪਿਆਰ। ਫਿਰ ਕਿਹੜਾ ਮੁਖ ਦੇ ਵਿੱਚੋਂ ਬੋਲ ਜਾਵੇ ਜਿਹਨੂੰ ਸੁਣ ਕੇ ਮਾਲਕ ਦਾ ਦਰਬਾਰ ਵੀ ਦਿਸੇ। ਕਿਹੜੇ ਅਲਫਾਜ਼ ਇਸ ਜ਼ੁਬਾਨ ਦੇ ਨਾਲ ਬੋਲੇ ਜਾਣ ਜਿਨ੍ਹਾਂ ਨੂੰ ਸੁਣ ਕੇ ਉਹ ਮਾਲਕ ਦਾ ਦਰ ਵੀ ਦਿਸੇ ਤੇ ਉਹ ਮਾਲਕ ਸਾਡੇ ਨਾਲ ਪਿਆਰ ਵੀ ਕਰੇ। ਮੋਹ ਕੇ ਬੋਲਣ ਬੋਲੀ ਹੈ ਜਿੱਤ ਸੁਣ ਧਰੇ ਪਿਆਰ। ਸਾਹਿਬ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਮ ਵਡਿਆ ਚਾਰ। ਸਾਹਿਬ ਸਤਿਗੁਰਾਂ ਨੇ ਮਿਹਰ ਦੀ ਨਜ਼ਰ ਕੀਤੀ, ਕਹਿੰਦੇ ਭਾਈ ਨਾ ਤੇ ਤੂੰ ਉਹ ਮਾਲਕ ਨੂੰ ਕਿਸੇ ਪਦਾਰਥ ਦੇ ਨਾਲ ਵਸ ਅੰਦਰ ਕਰ ਸਕਦਾ ਹੈ, ਨਾ ਕਿਸੇ ਹੋਰ ਯਤਨ ਦੇ ਨਾਲ। ਜੇ ਉਹ ਮਾਲਕ ਪਰਮਾਤਮਾ ਨੂੰ ਆਪਣੇ ਵਸ ਆਪਣੇ ਪਿਆਰ ਦੇ ਅੰਦਰ ਲੈ ਕੇ ਆਉਣਾ ਤੇ ਸਾਹਿਬ ਕਹਿੰਦੇ ਇੱਕ ਤੇ ਅੰਮ੍ਰਿਤ ਵੇਲੇ ਦੀ ਸਾਰ, ਅੰਮ੍ਰਿਤ ਵੇਲਾ, ਦੂਸਰਾ ਕਹਿੰਦੇ ਸੱਚ ਨਾਮ ਤੇ ਅੰਮ੍ਰਿਤ ਵੇਲੇ ਉਹਦੇ ਸੱਚੇ ਨਾਮ ਨੂੰ ਧਿਆਇਆ ਕਰ, ਉਹਦੀ ਸਿਫਤ ਸਲਾਹ ਦਾ ਗੀਤ ਗਾਇਆ ਕਰ, ਜਿਹਨੂੰ ਧੰਨ ਗੁਰੂ ਨਾਨਕ ਮਹਾਰਾਜ ਨੇ ਸੋਹਿਤਾ ਬਾਣੀ ਦੇ ਅੰਦਰ ਨਿਰਮਤ ਵਰਤਾ ਜ਼ਿਕਰ ਕੀਤਾ। ਭਾਈ ਤੂੰ ਵੀ ਉਹ ਦਤਾਰ ਜਿਹੜਾ ਨਿਤ ਨਿਤ ਜੀੜਾ ਸੰਭਾਲੀ ਹਨ, ਜੀਆਂ ਦੀ ਸੰਭਾਲ ਕਰਦਾ ਏ, ਜਿਹੜਾ ਸਭਨਾ ਨਹਾਰਾ ਉਹਦੇ ਦਰ ਤੇ ਆ ਕੇ ਕਿਤੇ ਸ਼ੁਕਰਾਨੇ ਦੀ ਅਰਦਾਸ ਕਰਿਆ ਕਰ। ਦਾਤਾਂ ਤੋਂ ਮੁਕਤ ਹੋ ਕਰਕੇ ਮਾਲਕ ਦੇ ਦਰ ਤੇ ਆ ਕੇ ਨਾਮ ਦੀ ਦਾਤ ਮੰਗਿਆ ਕਰ। ਸਾਹਿਬ ਨੇ ਤੀਸਰੇ ਬੰਦ ਦੇ ਅੰਦਰ ਮਿਹਰ ਦੀ ਨਜ਼ਰ ਕੀਤੀ, ਕਹਿੰਦੇ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਆਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਸਭ ਭਾਵ ਹੁੰਦਾ ਹੈ ਸਾਗ ਵਰਾ। ਤੇ ਸਾਹਿਬ ਤੋਂ ਭਾਵ
ਜਿਹੜਾ ਦਿਨ ਪੱਕਾ ਕਰ ਲਿਆ ਗਿਆ ਹੈ। ਜਿਵੇਂ ਆਪਾਂ ਆਰੰਭਤਾ ਦੇ ਅੰਦਰ ਜ਼ਿਕਰ ਕੀਤਾ ਕਿ ਧੰਨ ਗੁਰੂ ਨਾਨਕ ਮਹਾਰਾਜ ਨੇ ਇਸ ਬਾਣੀ ਦੇ ਅੰਦਰ, ਇਸ ਸ਼ਬਦ ਦੇ ਅੰਦਰ ਵਿਆਹ ਦੇ ਅਲੰਕਾਰ ਨੂੰ ਸਿਰਜਿਆ ਹੈ। ਔਰ ਵਿਆਹ ਦੇ ਅਲੰਕਾਰ ਦੀ ਗੱਲ ਕਰਦਿਆਂ ਹੋਇਆਂ ਇੱਕ ਬੇਟੀ ਦੇ ਵਿਆਹ ਦਾ ਜ਼ਿਕਰ ਕਰਦੇ ਨੇ। ਕਹਿੰਦੇ ਨੇ ਕਿ ਜਦੋਂ ਘਰ ਦੇ ਅੰਦਰ ਦਾ ਵਿਆਹ ਧਰਿਆ ਹੈ, ਜਦੋਂ ਇੱਕ ਸਾਹਾ ਮੁਕਰਰ ਕਰ ਲਿਆ ਜਾਂਦਾ ਹੈ, ਇੱਕ ਦਿਨ ਪੱਕਾ ਕਰ ਲਿਆ ਜਾਂਦਾ ਹੈ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵਾ ਤੇਲ। ਕਹਿੰਦੇ ਜਦੋਂ ਵਿਆਹ ਦਾ ਦਿਨ ਪੱਕਾ ਕਰ ਲਿਆ ਜਾਂਦਾ ਹੈ, ਉਸ ਤੋਂ ਬਾਅਦ ਅੰਦਰ ਫਿਰ ਉਸ ਬੇਟੀ ਦੀਆਂ ਚਾਚੀਆਂ, ਤਾਈਆਂ, ਸਹੇਲੀਆਂ ਸਭ ਮਿਲ ਕੇ ਉਹਦੇ ਸਿਰ ਦੇ ਅੰਦਰ ਤੇਲ ਲਾਉਂਦੀਆਂ ਨੇ। ਵਿਆਹ ਦੇ ਸਮੇਂ ਪੈਣ ਦੀ ਰਸਮ ਪਾਈ ਜਾਂਦੀ ਹੈ। ਵਿਆਹ ਵਾਲੀ ਕੁੜੀ ਦੇ ਸਿਰ ਵਿੱਚ ਤੇਲ ਪਾਇਆ ਜਾਂਦਾ ਹੈ, ਉਹਨੂੰ ਇਸ਼ਨਾਨ ਕਰਵਾਇਆ ਜਾਂਦਾ ਹੈ, ਸੁਹਾਗ ਦੇ ਗੀਤ ਗਾਏ ਜਾਂਦੇ ਨੇ ਔਰ ਪਤੀ ਦੇ ਘਰ ਜਾ ਕੇ ਸੁਖੀ ਵਸਣ ਦੀਆਂ ਅਸੀਸਾਂ ਦਿੱਤੀਆਂ ਜਾਂਦੀਆਂ ਨੇ। ਇਹ ਜਿਹੜੇ ਵਿਆਹ ਵਾਲੇ ਦਿਨ ਕੇ ਹੁਣ ਤੋਂ ਬਾਅਦ ਜਿਹੜੇ ਨੇ ਇਹ ਕਰਮ ਸ਼ੁਰੂ ਕੀਤੇ ਜਾਂਦੇ ਨੇ, ਜੋ ਪੰਜਾਬ ਦੇ ਸੱਭਿਆਚਾਰ ਦਾ ਹਿੱਸਾ ਔਰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਵੀ ਇਹ ਕੀਤੇ ਜਾਂਦੇ। ਤਾਂ ਕਰਕੇ ਸਤਿਗੁਰਾਂ ਨੇ ਇਹ ਉਦਾਹਰਨ ਲਈ। ਕਹਿੰਦੇ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹ ਤੇਲ, ਦੇਹੋ ਸੱਜਣ ਆਸੀਸੜੀਆਂ, ਜਿਉ ਹੋਵੇ ਸਹਿਬ ਸਿਉ ਮੇਲ। ਜਿਵੇਂ ਵਿਆਹ ਵਾਲੀ ਕੁੜੀ ਵਿਆਹ ਪੱਕੇ ਹੋਣ ਤੇ ਚਾਚੀਆਂ, ਤਾਈਆਂ, ਸਹੇਲੀਆਂ ਸਭਨਾ ਵੱਲੋਂ ਜਿੱਥੇ ਸਿੱਠਣੀਆਂ ਪੜੀਆਂ ਜਾਂਦੀਆਂ ਨੇ, ਮਾਹੀਏ ਲਾਏ ਜਾਂਦੇ ਨੇ, ਉੱਥੇ ਨਾਲ ਅਸੀਸਾਂ ਦਿੱਤੀਆਂ ਜਾਂਦੀਆਂ ਨੇ ਕਿ ਸਦਾ ਸੁਹਾਗਣ ਰਵੇ। ਸਾਹਿਬ ਗੁਰੂ ਨਾਨਕ ਮਹਾਰਾਜ ਨੇ ਬਚਨ ਕੀਤੇ, ਕਹਿੰਦੇ ਐ ਜਿੰਦੇ ਤੂੰ ਵੀ ਉਹ ਮਾਲਕ ਦੇ ਦਰ ਕਰਕੇ ਉਹ ਦਤਾਰ ਜੀ ਦੇ ਸ਼ੁਕਰਾਨੇ ਕਰਦਿਆਂ ਹੋਇਆਂ ਉਹਦੇ ਅੱਗੇ ਅਰਦਾਸ ਬੇਨਤੀ ਕਰਿਆ ਕਰ ਤੇ ਸਭਨਾ ਆਪਣੇ ਸੰਬੰਧੀਆਂ ਦੇ ਨਾਲ ਇਹ ਜ਼ਿਕਰ ਕਰਿਆ ਕਰ ਕਿ ਮੈਨੂੰ ਅਸੀਸਾਂ ਦੇਵਨ। ਕਿਉਂਕਿ ਇਹ ਜਿਹੜਾ ਸੰਬਤ ਸਾਹਾ ਸੰਸਾਰ ਦੇ ਅੰਦਰ ਤੇ ਕੋਈ ਵਿਆਹ ਕਰਵਾ ਲੈਂਦਾ ਹੈ, ਕੋਈ ਨਹੀਂ ਵੀ ਕਰਵਾਉਂਦਾ, ਪਰ ਸਤਿਗੁਰਾਂ ਨੇ ਜਿਹੜਾ ਅਲੰਕਾਰ ਲੈ ਕੇ ਗੱਲ ਸਮਝਾਈ। ਕਹਿੰਦੇ ਜਿਵੇਂ ਇਹ ਸਾਹਾ ਪੱਕਾ, ਇਹ ਦਿਨ ਪੱਕਾ ਕਰ ਲਿਆ ਜਾਂਦਾ ਭਾਈ, ਇਸੇ ਤਰ੍ਹਾਂ ਹੀ ਮਰਨ ਲਿਖਾਏ ਮੰਡਲ ਮੇ ਆਏ ਜੀਵ ਨੇ ਆਪਣਾ ਅੰਤਲਾ ਸਮਾਂ ਵੀ ਲਿਖਾਇਆ ਹੈ। ਉਹਦਾ ਵੀ ਜਿਹੜਾ ਹੈ ਇਹ ਸਾਹਾ ਲਿਖਿਆ ਹੋਇਆ ਹੈ, ਇਹ ਦਿਨ ਲਿਖਿਆ ਹੋਇਆ ਹੈ। ਤੇ ਸਾਹਿਬ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਦੀ ਨਜ਼ਰ ਕਰਦੇ ਕਹਿਣ ਲੱਗੇ ਭਾਈ ਸਤ ਸੰਗ ਵਿੱਚ ਕਰਿਆ ਕਰ। ਉਹ ਸੰਮਤ, ਉਹ ਦਿਨ, ਉਹ ਦਿਹਾੜਾ ਜਿਹੜਾ ਪਹਿਲਾਂ ਹੀ ਮਿਥਿਆ ਹੋਇਆ ਹੈ ਕਿ ਪਤੀ ਪ੍ਰਮਾਤਮਾ ਦੇ ਦੇਸ਼ ਜਾਣਾ ਹੈ। ਜਿਵੇਂ ਪਾਵਨ ਬਾਣੀ ਦੇ ਅੰਦਰ ਦਤਾਰ ਮਿਹਰ ਦੀ ਨਜ਼ਰ ਕਰਦੇ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਕਹਿਣ ਲੱਗੇ ਸਭਨਾ ਸੰਜਨਾ ਸਭ ਮੁਕਲਾਵਣ ਹਾਰ। ਹਾਂ ਦੁਨੀਆਦਾਰੀ ਦੀ ਰੀਤ ਸੰਸਾਰਕ ਵਿਆਹ ਦੇ ਅੰਦਰੋਂ ਤੇ ਕੋਈ ਰਹਿ ਸਕਦਾ ਹੈ, ਪਰ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਇਹ ਸੰਸਾਰ ਰੂਪੀ ਪੇਕਾ ਘਰ ਹੈ ਤੇ ਇੱਥੋਂ ਪਰਲੋਕ ਮਾਲਕ ਦਾ ਦਰ ਜਿਹੜਾ ਸਹੁਰਾ ਘਰ ਹੈ, ਕਹਿੰਦੇ ਉੱਥੇ ਜਾਣ ਤੋਂ ਕੋਈ ਨਹੀਂ ਰਹਿ ਸਕਦਾ। ਸਭਨਾ ਸਹੁਰਾ ਮੁਕਲਾਵਣ ਹਾਰ। ਕਹਿੰਦੇ ਸਭਨਾ ਨੇ ਭਾਈ ਜਿੰਨਾ ਸੰਸਾਰ ਦੇ ਅੰਦਰ ਜਨਮ ਲਿਆ ਹੈ, ਉਹਨਾਂ ਦਾ ਦਿਨ ਪੱਕਾ ਹੈ, ਉਹਨਾਂ ਦਾ ਸਾਹਾ ਲਿਖਿਆ ਹੈ ਕਿ ਉਹ ਸਾਹਾ ਜਿਹੜਾ ਹੈ ਉਹ ਹਰ ਘਰ ਦੇ ਅੰਦਰ ਆਉਂਦਾ ਹੈ। ਜਿਹੋ ਸੱਜਣ ਆਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ। ਤਾਂ ਕਰਕੇ ਸਾਹਿਬ ਕਹਿੰਦੇ ਮਾਲਕ ਦੇ ਦਰ ਤੇ ਆ ਕੇ ਔਰ ਗੁਰੂ ਦੇ ਪਿਆਰਿਆਂ ਦੇ ਅਸੀਸਾਂ ਲਿਆ ਕਰ, ਆਪਣੇ ਸਾਕ ਸੰਬੰਧੀਆਂ ਨੂੰ ਕਿਹਾ ਕਰ ਕਿ ਭਾਈ ਉਹ ਮਾਲਕ ਦਾ ਸ਼ੁਕਰਾਨਾ ਤੇ ਉਹਦੇ ਦਰ ਤੋਂ ਸਦਾ ਅਸੀਸ ਲੈਣੀ ਹੈ ਕਿ ਮਾਲਕ ਕਿਰਪਾ ਕਰੇ, ਆਪਣੇ ਸਹੁਰੇ ਘਰ ਦੇ ਹੋਈ ਦੇਵੇ। ਗੁਰੂ ਜੀ ਮਿਹਰ ਕਰਦੇ ਨੇ। ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਬਾਣੀ ਦੇ ਅੰਦਰ ਬਚਨ ਕੀਤੇ, ਕਹਿੰਦੇ ਬਾਬਾ ਆਵੋ ਭਾਈ ਹੋ
ਗਲ ਮਿਲ ਹੈ ਮਿਲ ਮਿਲ ਦੇਹ ਅਸੀਸਾਂ ਹੈ। ਬਾਬਾ ਸੱਚੜਾ ਮੇਲ ਨਾ ਚੂਕਈ ਪ੍ਰੀਤਮ ਕੀਆਂ ਦੇਹ ਅਸੀਸਾਂ ਹੈ। ਅਸੀਸਾਂ ਦੇਵ ਭਗਤ ਕਰੇ ਬਹੁ ਮਿਲਿਆ ਕਾ ਕਿਆ ਮਿਲਦਾ ਇੱਕ ਭੁੱਲੇ ਨਾਮੋ ਥੇ ਮੋਹ ਥਾਮਹ ਗੁਰ ਸ਼ਬਦੀ ਸੱਚ ਖੇਲੋ। ਸਾਹਿਬ ਧੰਨ ਗੁਰੂ ਨਾਨਕ ਮਹਾਰਾਜ ਨੇ ਬਚਨ ਕੀਤੇ, ਕਹਿੰਦੇ ਭਾਈ ਗੱਲ ਮਿਲ ਕਰਕੇ ਇੱਕ ਦੂਜੇ ਤੋਂ ਅਸੀਸਾਂ ਲੈਣੀਆਂ ਏ। ਜਿਵੇਂ ਵਿਆਹ ਵਾਲੇ ਦਿਨ ਔਰ ਵਿਆਹ ਵਾਲੇ ਦਿਨ ਪੱਕੀ ਹੋਣ ਤੋਂ ਬਾਅਦ ਵਿਆਹ ਵਾਲੀ ਕੁੜੀ ਨੂੰ ਸਾਕ ਸੰਬੰਧੀਆਂ ਵੱਲੋਂ, ਚਾਚੀਆਂ ਤਾਈਆਂ ਵੱਲੋਂ ਅਸੀਸਾਂ ਦਿੱਤੀਆਂ ਜਾਂਦੀਆਂ ਨੇ। ਸਾਹਿਬ ਕਹਿੰਦੇ ਇਹ ਜਿੰਦੇ ਤੂੰ ਵੀ ਉਹ ਮਾਲਕ ਦੇ ਘਰ ਵੰਝਣਾ ਏ, ਉੱਥੇ ਪਹੁੰਚਣਾ ਏ, ਸਭਨਾ ਦਾ ਮੁਕਲਾਣਾ ਏ। ਇਸ ਕਰਕੇ ਅਸੀਸਾਂ ਲਿਆ ਕਰ, ਆਸੀਸਾਂ ਲੇਵਹੁ ਭਗਤ ਕਰੇਵੋ। ਮਾਲਕ ਦੀ ਭਗਤੀ ਬੰਦਗੀ ਕਰਿਆ ਕਰ। ਉਹ ਮਾਲਕ ਜਿਨ੍ਹਾਂ ਦੇ ਉੱਪਰ ਮਿਹਰ ਕਰਦਾ ਏ ਉਹਨਾਂ ਦਾ ਜੀਵਨ ਸਫਲਾ ਹੋ ਜਾਂਦਾ ਏ। ਸਾਹਿਬ ਨੇ ਅਖੀਰਲੇ ਸ਼ਬਦ ਅੰਦਰ, ਅਖੀਰਲੇ ਬੰਦ ਅੰਦਰ ਮਿਹਰ ਦੀ ਨਜ਼ਰ ਕੀਤੀ। ਕਹਿੰਦੇ ਘਰ ਘਰ ਉਹ ਪਹੁੰਚਾ ਸਦੜੇ ਨਿਤ ਪਵਨ। ਕਹਿੰਦੇ ਭਲਿਆ ਕਿਤੇ ਦੇਖੀ ਭਰਮ ਦੇ ਅੰਦਰ, ਭੁਲੇਖੇ ਦੇ ਅੰਦਰ ਨਾ ਰਹਿ ਜਾਈਂ ਕਿ ਇਹ ਜਿਹੜਾ ਪਹੁੰਚਾ ਇਹ ਸੱਦਾ ਏ ਇਹ ਤੇ ਬਾਕੀਆਂ ਘਰਾਂ ਦੇ ਅੰਦਰ ਆਉਣਾ ਏ, ਮੇਰਾ ਘਰ ਜਿਹੜਾ ਏ ਇੱਥੋਂ ਰਹਿ ਜਾਵੇਗਾ। ਸਾਹਿਬ ਕਹਿੰਦੇ ਨਹੀਂ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਨਿਤ ਹੀ ਸੱਦੇ ਦੇਣ ਵਾਲਾ ਹਰ ਘਰ ਦੇ ਅੰਦਰ ਸੱਦਾ ਦੇ ਰਿਹਾ ਏ। ਕੋਈ ਘਰ ਅਜਿਹਾ ਨਹੀਂ ਜਿੱਥੇ ਮੌਤ ਨਹੀਂ ਹੋਈ, ਕੋਈ ਘਰ ਅਜਿਹਾ ਨਹੀਂ ਜਿਹੜਾ ਜੀਵ ਪੈਦਾ ਹੋ ਕਰਕੇ ਸਦੀਵ ਸੰਸਾਰ ਦੇ ਅੰਦਰ ਰਹਿ ਰਿਹਾ ਹੋਵੇ। ਸਾਹਿਬ ਕਹਿੰਦੇ ਘਰ ਇਹੋ ਇਹ ਮੌਤ ਰੂਪੀ ਸਾਰੀ ਚਿੱਠੀ ਹਰ ਘਰ ਦੇ ਅੰਦਰ ਆਉਣੀ ਹੈ। ਸੱਦਣ ਹਾਰਾ ਸਿਮਰਿਐ ਨਾਨਕ ਸੇ ਦੇਹ ਅਵੰਨ। ਸਾਹਿਬ ਗੁਰੂ ਨਾਨਕ ਮਹਾਰਾਜ ਬਚਨ ਕਰਦੇ, ਕਹਿੰਦੇ ਭਾਈ ਤਾਂ ਕਰਕੇ ਜੇ ਸਭ ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ। ਜੇ ਸਾਰਿਆਂ ਨੇ ਉਸ ਮਾਲਕ ਦੇ ਦਰ ਤੇ ਜਾਣਾ ਏ ਤੇ ਕਹਿੰਦੇ ਫਿਰ ਜਿਹੜਾ ਸੱਦਣ ਹਾਰਾ ਏ, ਜਿਹੜਾ ਸਭਨਾ ਨੂੰ ਸੱਦੇ ਦੇ ਰਿਹਾ ਏ, ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ ਭਾਈ ਉਹਦੇ ਸਿਮਰਨ ਦੇ ਅੰਦਰ ਜਿਹੜਾ ਮਾਲਕ ਨੇ ਸੱਦਾ ਤੇ ਦੇਣਾ ਏ। ਕਰੋ ਯਤਨ ਜੇ ਹੋਏ ਮਿਹਰਬਾਨਾ। ਸੱਦਾ ਤੇ ਉਹ ਮਾਲਕ ਦੇ ਦੇਣਾ ਏ ਔਰ ਜਾਣਾ ਵੀ ਸਭਨਾ ਨੂੰ ਪੈਣਾ ਏ। ਔਰ ਉਹ ਮਾਲਕ ਦੇ ਦਰ, ਉਹ ਮਾਲਕ ਦੇ ਘਰ ਕਬੂਲ ਹੋ ਜਾਂਦੇ ਨੇ ਜਿਹੜੇ ਮਾਲਕ ਦੀ ਰਜ਼ਾ ਤੇ ਉਹਦੇ ਭਾਣੇ ਦੇ ਅਨੁਸਾਰ ਚੱਲਦੇ ਨੇ। ਗੁਰੂ ਕਿਰਪਾ ਕਰਨ। ਸਾਹਿਬ ਗੁਰੂ ਨਾਨਕ ਕਹਿੰਦੇ ਨਾਨਕ ਸੇ ਦੇਹ ਅਵੰਨ। ਭਾਈ ਇਹ ਵਾਲਾ ਦਿਨ ਜਿਹੜਾ ਏ ਇਹ ਮੇਰੇ ਤੇ ਵੀ ਆਉਣਾ ਏ। ਇਹ ਦਿਨ ਤੋਂ ਕੋਈ ਵੀ ਨਹੀਂ ਬਚਿਆ। ਗੁਰੂ ਕਿਰਪਾ ਕਰਨ। ਸਮੁੱਚੇ ਸ਼ਬਦ ਅੰਦਰ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਸੋਹਿਲਾ ਸਾਹਿਬ ਦੇ ਪਾਵਨ ਪਹਿਲੇ ਸ਼ਬਦ ਦੀ ਸਿਫਤ ਉਹਦੇ ਗੁਣ ਗਾਉਣ ਦੀ ਦਾਤ ਬਖਸ਼ਿਸ਼ ਕੀਤੀ ਔਰ ਮਿਹਰ ਕੀਤੀ। ਕਹਿੰਦੇ ਭਾਈ ਉਹਦੇ ਦਰ ਤੇ ਆ ਕੇ ਉਹਦਾ ਸ਼ੁਕਰਾਨਾ, ਉਹਦੀਆਂ ਬਖਸ਼ੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਹਰ ਜੀਵ ਨੂੰ ਕਰਨਾ ਚਾਹੀਦਾ ਹੈ। ਔਰ ਉਹ ਮਾਲਕ ਨੂੰ ਸਦਾ ਹਿਰਦੇ ਦੇ ਅੰਦਰ, ਚੇਤੇ ਦੇ ਅੰਦਰ, ਬਿਰਤੀ ਸੁਰਤੀ ਦੇ ਅੰਦਰ ਵਸਾਉਣਾ ਚਾਹੀਦਾ ਹੈ। ਗੁਰੂ ਕਿਰਪਾ ਕਰਨ। ਪਾਵਨ ਸ਼ਬਦ ਦੀ ਵਿਚਾਰ ਕਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਨੂੰ ਬਖਸ਼ਣ ਜੋ ਫਤਿਹ ਦੀ ਸਾਨ